ਡਾਕਟਰ ਸਾਹਿਬ ਇਹ ਦੱਸੋ ਕਿ ਆਪਣਾ ਹੁਰਮਜ਼ ਸਪੈਸ਼ਲੀ ਅਗਰ ਉਹਦੀ ਗੱਲ ਕਰ ਲਈਏ ਤੇ ਸਦਰ ਟਰੰਪ ਕਹਿ ਰਹੇ ਨੇ ਕਿ ਜੀ ਅਸੀਂ ਕੰਟਰੋਲ ਸੰਭਾਲ ਲਵਾਂਗੇ, ਟੈਕਸ ਅਸੀਂ ਲਵਾਂਗੇ, ਲੇਕਿਨ ਤੁਸੀਂ ਸਾਨੂੰ ਜਿਹੜਾ ਫੀਸ ਦੇਣੀ ਕਿਉਂਕਿ ਅਸੀਂ ਹੁਣ ਖਰਚਾ ਇੰਨਾ ਤੇ ਬਰਦਾਸ਼ਤ ਨਹੀਂ ਕਰ ਸਕਦੇ। ਨਾਲ ਜਿਹੜਾ ਈਰਾਨ ਹੈ ਉਹ ਬੜਾ ਸਖਤ ਮੌਕਫ ਅਪਣਾ ਰਿਹਾ, ਕਹਿੰਦਾ ਜੀ ਆਪਣਾ ਹੁਰਮਜ਼ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਤੇ ਤਨਾਜ਼ਾ ਕਿਹੜੀ ਸੂਰਤ ਹਾਲ ਅਖਤਿਆਰ ਕਰਦਾ ਨਜ਼ਰ ਆ ਰਿਹਾ ਤੁਹਾਨੂੰ ਸਰ? शाहिद साहब देखो, मैं ये समझना कि सदर ट्रंप ਦੀ ਜੀ ਇੰਤਹਾਈ ਲਾਇਲਮੀ ਹੈ ਦੁਨੀਆ ਦੇ। ਮੈਂ ਬੜਾ ਹੈਰਾਨ ਹੋਇਆ 20% ਦਾ ਟੈਕਸ ਦਾ ਲਫ਼ਜ਼ ਹੀ ਸੁਣ ਕੇ ਕਿ ਉਹਨਾਂ ਨੂੰ ਇੰਨਾ ਨਹੀਂ ਅੰਦਾਜ਼ਾ ਕਿ ਜਿਹੜੀ ਤੇਲ ਦੀ ਤਜਾਰਤ ਹੈ ਉਹ ਤੇ ਅੱਧੇ %1 ਦੇ ਉੱਤੇ ਜੀ ਹੁੰਦੀ ਹੈ ਤੇ ਉਹਦੇ ਉੱਤੇ 20% ਦਾ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਕਿ ਦੁਨੀਆ ਦੇ ਵਿੱਚ ਤਬਾਹੀ ਕਿੰਨੀ ਸੂਰਤ ਹਾਲ ਹੋ ਜਾਏਗੀ ਅਗਰ 20% ਤੇਲ ਦੇ ਉੱਤੇ ਟੈਕਸ ਲੱਗ ਜਾਏ ਸਿਰਫ ਗੁਜ਼ਾਰਨ ਦਾ। ਉਹ ਮਤਲਬ ਬਿਲਕੁਲ ਮਿਸਕੈਲਕੂਲੇਟਿਡ ਵਿਦਆਊਟ ਐਨੀ ਰਿਸਰਚ ਉਹਨਾਂ ਨੇ ਇਹ ਗੱਲ ਕੀਤੀ ਹੈ। ਮੇਰਾ ਖਿਆਲ ਹੈ ਇੱਕ ਅੱਧੇ ਦਿਨ ਵਿੱਚ ਉਹਨਾਂ ਨੂੰ ਇਹ ਗੱਲ ਵਾਪਸ ਹੀ ਲੈਣੀ ਪਏਗੀ ਜਾਂ ਭੁੱਲਣਾ ਪਏਗਾ। ਠੀਕ ਹਾਂ, ਅਮਰੀਕਾ ਅਗਰ ਇਹ ਸਮਝਦਾ ਹੈ ਕਿ ਉਹ ਕੋਈ ਟੈਕਸ ਲੈ ਲੇਗਾ, ਟੈਰਿਫ ਲਾ ਦੇਗਾ, ਤੇ ਉਹ ਮੇਰਾ ਖਿਆਲ ਹੈ ਕਿ ਉਹ ਅਬਾਸ ਇਰਾਕਚੀ ਨੇ ਉਹਦੇ 'ਚ ਬੜਾ ਵਾਜ਼ੇ ਬਿਆਨ ਦੇ ਦਿੱਤਾ, ਬੜਾ ਕਲੈਰਿਟੀ ਨਾਲ ਦੱਸ ਦਿੱਤਾ ਕਿ ਇਹੋ ਜਿਹੀਆਂ ਗੱਲਾਂ ਕਰਕੇ ਉਹ ਜੀ ਆਪਣੇ ਆਪ ਵਾਸਤੇ ਬਹੁਤੀ ਮੁਸ਼ਕਿਲ ਪੈਦਾ ਕਰ ਰਹੇ ਨੇ। ਮੈਂ ਨਹੀਂ ਸਮਝਦਾ ਕਦੀ ਵੀ ਅਮਰੀਕਾ ਇਸ ਪੋਜੀਸ਼ਨ ਵਿੱਚ ਆਏਗਾ ਕਿ ਉੱਥੇ ਆਪਣੇ ਹਰਮੁਜ਼ ਤੇ ਆਪਣਾ ਕੰਟਰੋਲ ਬਣਾਉਂਦਾ ਫਿਰੇ, ਔਰ ਉਹ ਇਸ ਕੋਸ਼ਿਸ਼ ਵਾਸਤੇ ਉਹਨੂੰ ਇੰਨਾ ਜ਼ਿਆਦਾ ਨੁਕਸਾਨ ਹੋ ਜਾਏਗਾ, ਜਾਨੀ ਨੁਕਸਾਨ ਹੋ ਜਾਏਗਾ, ਫੌਜਾਂ ਉਤਾਰਨੀਆਂ ਪੈ ਸਕਦੀਆਂ ਨੇ ਕਿ ਉਹ ਫਿਰ ਅਮਰੀਕੀ ਤਾਰੀਖ ਦੇ ਵਿੱਚ ਸ਼ਾਇਦ ਅੱਜ ਦੇ ਦੌਰ ਵਿੱਚ ਸਭ ਤੋਂ ਬਦਤਰੀਨ ਅਮਰੀਕੀ ਫੌਜਾਂ ਦਾ ਨੁਕਸਾਨ ਹੋਵੇ। ਡਾਕਟਰ ਸਾਹਿਬ ਇੱਕ ਬਹੁਤ ਵੱਡਾ ਇਵੈਂਟ ਹੋਇਆ ਈਰਾਨ ਵਿੱਚ, ਖਾਮਨੇਈ ਸਾਹਿਬ ਦੇ ਜਨਾਜ਼ੇ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ। ਉੱਥੇ ਲੋਕਾਂ ਦਾ ਬੜਾ ਰਿਐਕਸ਼ਨ ਆਇਆ, ਬੜੀ ਵੱਡੀ ਤਾਦਾਦ ਵਿੱਚ ਲੋਕਾਂ ਉੱਥੇ ਸ਼ਿਰਕਤ ਕੀਤੀ ਔਰ ਉੱਥੇ ਨਾਰੇ ਲਾਏ ਗਏ ਸਦਰ ਟਰੰਪ ਔਰ ਨੇਤਨਯਾਹੂ ਦੇ ਖਿਲਾਫ। ਤੇ ਜਿਹੜਾ ਈਰਾਨ ਦਾ ਜਾਰਹਾਨਾ ਰਵੱਈਆ ਨਜ਼ਰ ਆ ਰਿਹਾ ਹੈ, ਕਿਆ ਇਹ ਉਸ ਦਬਾਅ ਦਾ ਨਤੀਜਾ ਹੈ, ਸਦਰ ਟਰੰਪ ਦੇ ਜਿਹੜੇ ਐਕਸ਼ਨਸ ਨੇ ਉਹਦਾ ਨਤੀਜਾ ਹੈ, ਜਾਂ ਇਹਨਾਂ ਦੇ ਕੁਝ ਅੰਦਰੂਨੀ ਇਖਤਲਾਫਾਤ ਨੇ? ਪਾਸਦਾਰਾਨ ਇਨਕਲਾਬ ਔਰ ਜਿਹੜੀ ਪਾਰਟੀ ਗੱਲ ਕਰ ਰਹੀ ਹੈ, ਮੁਜ਼ਾਕਰਾਤ ਕਰ ਰਹੀ ਹੈ, ਉਹਨਾਂ ਦੇ ਅੰਦਰੂਨੀ ਇਖਤਲਾਫਾਤ ਨੇ। ਵੱਡੀ ਵਜ੍ਹਾ ਕੀ ਹੈ ਇਸ ਸਾਰੇ ਮਾਮਲੇ ਦੀ? ਲਾਜ਼ਮੀ ਤੌਰ ਤੇ ਜਿਸ ਤਰ੍ਹਾਂ ਠੀਕ ਹੈ ਆਇਤੁल्ला ਖਾਮਨਾਈ ਸਾਹਿਬ ਦਾ 7-8 ਦਿਨ ਜਨਾਜ਼ੇ ਦਾ ਪੂਰਾ ਇੱਕ ਸਿਲਸਿਲਾ ਚੱਲਿਆ ਔਰ ਪੂਰੇ ਜਨਾਬ ਉਸ ਖਿੱਤੇ 'ਚ ਈਰਾਨ ਇਰਾਕ ਜਿਸ ਤਰ੍ਹਾਂ ਜਨਾਜ਼ੇ 'ਚ ਕਰੋੜਾਂ ਲੋਕ ਆਏ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਲੋਕਾਂ ਦੇ ਜਜ਼ਬਾਤ ਦਿਖਾਏ ਗਏ, ਇਹ ਇੱਕ ਬਹੁਤ ਮੈਂ ਸਮਝਦਾ ਪਾਸਦਾਰਾਂ ਨੇ ਇਨਕਲਾਬ ਜਾਂ ਜਿਹੜਾ ਹਾਰਡ ਕੋਰ ਐਲੀਮੈਂਟ ਹੈ ਉਹਦੇ ਵੱਲੋਂ ਇਹ ਬੜਾ ਇੱਕ ਇੰਟੈਲੀਜੈਂਟ ਮੂਵ ਸੀ ਕਿ ਦੁਨੀਆ ਨੂੰ ਸਿਰਫ ਇਹ ਦਿਖਾ ਦਿੱਤਾ ਜਾਏ ਕਿ ਕਿਸ ਤਰ੍ਹਾਂ ਈਰਾਨ ਦੇ ਲੋਕ ਜਿਹੜੇ ਨੇ ਉਹ ਇੱਕ ਨਾ ਸਿਰਫ ਮੌਜੂਦਾ ਰਜੀਮ ਦੇ ਨਾਲ ਖੜੇ ਨੇ ਬਲਕਿ ਉਹ ਇੰਤਕਾਮ ਦੇ ਜਜ਼ਬਾ ਔਰ ਉਹ ਇਹ ਸਮਝਦੇ ਨੇ ਕਿ ਸੌਫਟ ਹੋਣਾ ਜਾਂ ਨਰਮ ਜੀ ਹੋ ਜੀ ਕੇ ਰਿਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਬਲਕਿ ਬਦਲਾ ਲੈਣਾ ਚਾਹੀਦਾ ਹੈ। ਅੱਛਾ, ਇਹ ਇੱਕ ਮੈਸੇਜ ਤੇ ਚਲਾ ਗਿਆ, ਲੇਕਿਨ ਅਮਲੀ ਤੌਰ ਦੇ ਉੱਤੇ ਮੈਂ ਸਮਝਦਾ ਵਾਂ ਕਿ ਅਗਰ ਇਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਨ ਦੇ ਤੇ ਖੁਦ ਈਰਾਨ ਬੜਾ ਤਬਾਹ ਹੋ ਚੁੱਕਿਆ ਹੈ। ਇਮਲਾਕ ਤਬਾਹ ਹੋਣ, ਇਕਨੋਮਿਕਲੀ ਤਬਾਹੀ ਹੋਏ, ਸੋ ਸਹੀ ਈਰਾਨ ਇਹ ਅਫੋਰਡ ਤੇ ਨਹੀਂ ਕਰ ਸਕਦਾ। ਲੇਕਿਨ ਹਕੀਕਤ ਹੈ ਵੇ ਕਿ ਹਰ ਹਾਲਤ ਵਿੱਚ ਈਰਾਨ ਦੇ ਵਿੱਚ ਬਹੁਤ ਜ਼ਿਆਦਾ ਨਫ਼ਰਤ ਹੈ ਅਮਰੀਕਾ ਠੀਕ ਨਾਲ, ਬਹੁਤ ਜ਼ਿਆਦਾ ਇੰਤਕਾਮ ਦੀ ਗੱਲ ਹੋ ਰਹੀ ਹੈ। ਔਰ ਅਗਰ ਸੂਰਤ ਹਾਲ ਮਜ਼ੀਦ ਜਾਰੀ ਰਹੀ ਤੇ ਈਰਾਨ ਦੇ ਵੱਲੋਂ ਪਬਲਿਕ ਦਾ ਇੰਨਾ ਪ੍ਰੈਸ਼ਰ ਹੈ ਕਿ ਐਸੇ ਕਰਕੇ ਪਾਸਦਾਰਾਨੇ ਇਨਕਲਾਬ ਦਾ ਜ਼ਿਆਦਾ ਕੰਟਰੋਲ ਹੈ। ਐਸੇ ਕਰਕੇ ਉਹ ਜਿਹੜੇ ਮਸਾਲਿਅਤਕਾਰ ਸਨ ਜਿਨ੍ਹਾਂ ਤੁਸੀਂ ਕਹਿੰਦੇ ਸੋ ਕਿ ਥੋੜੇ ਸੌਫਟ ਲੈਂਦੇ ਨੇ, ਸਾਈਡ ਲੈਂਦੇ ਨੇ, ਜੀ ਉਹ ਇਸ ਵੇਲੇ ਕਮਜ਼ੋਰ ਪਏ ਹੋਏ ਨੇ। ਔਰ ਜਿਹੜੇ ਹਾਰਡ ਲਾਈਨਰਸ ਨੇ ਈਰਾਨ ਦੇ ਵਿੱਚ ਉਹ ਇਸ ਵੇਲੇ ਬੜੇ ਤਾਕਤਵਰ ਹੋ ਗਏ ਨੇ, ਮਜ਼ਬੂਤ ਨੇ, ਔਰ ਉਹਨਾਂ ਦੀ ਗੱਲ ਜਿਹੜੀ ਹੈ ਉਹ ਇਕਤਦਾਰ ਦੇ ਐਵਾਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਤਾਕਤ ਰੱਖਦੀ ਹੈ। ਡਾਕਟਰ ਸਾਹਿਬ ਖਿੱਤੇ ਦੀ ਸੂਰਤ ਹਾਲ ਨੂੰ ਵੇਖੀਏ, ਗਲਫ ਸਟੇਟਸ ਤੇ ਚਾਹੇ ਈਰਾਨ ਦੀ ਤਰਫ ਕੋਲ ਜਿतने ਵੀ ਹਮਲੇ ਹੋ ਰਹੇ ਨੇ, ਜਾਂ ਚੀਨ ਕਹਿ ਰਿਹਾ ਹੈ, ਪਾਕਿਸਤਾਨ ਕਹਿ ਰਿਹਾ ਹੈ ਆਪਣਾ ਹੁਰਮਜ਼ ਜਿਹੜਾ ਹੈ ਉਹ ਆਲਮੀ ਕਵਾਨੀਨ ਦੇ ਤਹਿਤ ਖੁੱਲੀ ਰਹਿਣੀ ਚਾਹੀਦੀ ਹੈ, ਬਹੁਤ ਸਾਰੇ ਮਮਾਲਿਕ ਦਾ ਇਹੀ ਮੌਕਫ ਹੈ। ਤੇ ਕੀ ਲੱਗ ਰਿਹਾ ਹੈ ईरान जितना एक जारहाना रवैया अख्तियार कर रहा है या जेड़े एक्शनस ईरान ते भी हमले हो रहे हैं और ईरान जवाब भी हमले भी कर रहे हैं, सालिस ममालिक, क्योंकि तुसी आप कह रहे हो कि कुछ सालिस ममालिक भी कह रहे हैं कि साढ़े वास्ते हुण मुश्किल हो रहा है सालसी करना, तो लग रहा है कि ईरान जिहड़ा है वो तनाई वाले पासे जा रहा है या ईरान इकल्ला रह जाने का कोई इस तरह के चांसेस नज़र आ रहे हैं? ਡੈਫੀਨੇਟਲੀ ਦੇਖੋ, ਜਦੋਂ ਜੰਗ ਸ਼ੁਰੂ ਹੋਈ ਤੇ ਉਸ ਵੇਲੇ ਟਰੰਪ ਦਾ ਸਾਥ ਦੁਨੀਆ 'ਚ ठीक ਕਿਸੇ है ਮੁਲਕ ਨੇ ਨਹੀਂ ਦਿੱਤਾ ਕਿਉਂਕਿ ਦੁਨੀਆ ਨੂੰ ਨਜ਼ਰ ਆ ਰਿਹਾ ਸੀ ਕਿ ਈਰਾਨ ਦੇ ਉੱਤੇ ਗੈਰ ਜ਼ਰੂਰੀ ਹਮਲਾ ਕੀਤਾ ਜਾ ਰਿਹਾ ਹੈ। ਈਰਾਨ ਐਟਮੀ ਪ੍ਰੋਗਰਾਮ ਤੇ ਕੰਪਰੋਮਾਈਜ਼ ਕਰਨ ਨੂੰ ਤਿਆਰ ਹੈ। ਫਿਰ ਉਸ ਤੋਂ ਬਾਅਦ ਈਰਾਨ ਨੇ ਜਿਸ ਤਰ੍ਹਾਂ ਆਪਨੇ ਹਰਮੁਜ਼ ਬੰਦ ਕੀਤੀ ਤੇ ਦੁਨੀਆ ਭਰਪੂਰ ਤਰੀਕੇ ਨਾਲ ਈਰਾਨ ਦੇ ਨਾਲ ਖੜੀ ਹੋ ਗਈ ਉਸ ਕਿ ਜੀ ਹਰ ਹਾਲਤ ਤੇ ਜੰਗ ਬੰਦ ਕੀਤੀ ਜਾਏ ਤਾਂ ਕਿ ਆਪਨੇ ਹਰਮੁਜ਼ ਖੁੱਲੇ। ਲੇਕਿਨ जी ਜਿਸ ਤਰ੍ਹਾਂ ਈਰਾਨ ਨੇ ਆਪਨੇ ਹਰਮੁਜ਼ ਤੇ ਟੈਕਸ ਦੀ ਗੱਲ ਕੀਤੀ, ਟੋਲ ਟੈਕਸ ਦੀ ਗੱਲ ਕੀਤੀ, ਫੋਰਐਵਰ ਕੰਟਰੋਲ ਦੀ ਗੱਲ ਕੀਤੀ, ਔਰ ਹੁਣ ਜਿਸ ਤਰ੍ਹਾਂ ਹੋ ਰਿਹਾ ਹੈ, 12 ਅਰਬ ਮਮਾਲਿਕ ਸਮੇਤ ਦੁਨੀਆ ਇਹ ਸਮਝਦੀ ਹੈ ਕਿ ਇਸ ਤਰ੍ਹਾਂ ਦੀ ਮਿਸਾਈਲ ਕਾਇਮ ਹੋਣਾ ਬਹੁਤ ਗਲਤ ਹੋ ਜਾਏਗਾ, ਬੜਾ ਦੁਨੀਆ ਵਾਸਤੇ, ਟ੍ਰੇਡਿੰਗ ਵਾਸਤੇ, ਇਕਨੋਮੀ ਵਾਸਤੇ ਬੜਾ ਨੁਕਸਾਨਦੇਹ ਹੋਏਗਾ। ਔਰ ਤੀਸਰੀ ਗੱਲ ਹੈ ਕਿ ਪਾਕਿਸਤਾਨ ਇਹ
ਸਮਝਦਾ ਹੈ ਕਿ ਈਰਾਨ ਨੂੰ ਇਸ ਗੱਲ ਤੋਂ ਜੀ ਸਮਝਦਾਰੀ ਤੋਂ ਸਬੂਤ ਦੇਣਾ ਚਾਹੀਦਾ ਹੈ ਕਿ ਦੋਸਤ ਮਮਾਲਿਕ ਦੇ ਅੱਡਿਆਂ ਤੇ ਘੱਟ ਤੋਂ ਘੱਟ ਹਮਲਾ ਕਰੇ, ਤੇ ਅਗਰ ਉਹਨੇ ਬਹੁਤ ਜ਼ਿਆਦਾ ਹੀ ਕਰਨਾ ਹੈ ਤਾਂ ਫਿਰ ਇਸਰਾਈਲ ਵੱਲ ਆਪਣਾ ਹਮਲਾ ਕਰੇ, ਤਾਂ ਕਿ ਜਿਹੜਾ ਦੋਸਤ ਮਮਾਲਿਕ ਦੀ ਆਵਾਮ ਹੈ, ਜਿਹੜੀ ਉੱਥੇ ਪਰੇਸ਼ਾਨੀ ਹੈ, ਸਹੀ ਉਹ ਹਰ ਹਾਲਤ ਵਿੱਚ ਘਟੇ, ਕਿਉਂਕਿ ਉਹਨਾਂ ਦੀ ਪਰੇਸ਼ਾਨੀ ਦੀ ਵਜ੍ਹਾ ਨਾਲ ਸੂਰਤ ਹਾਲ ਮਜ਼ੀਦ ਖਰਾਬ ਹੁੰਦੀ ਜਾ ਰਹੀ ਹੈ ਔਰ ਪਾਕਿਸਤਾਨ ਦੀ ਪੋਜੀਸ਼ਨ ਬੜੀ ਖਰਾਬ ਹੋ ਰਹੀ ਹੈ। ਇਵੈਂਚੁਅਲੀ ਅਗਰ ਪਾਕਿਸਤਾਨ ਨੂੰ ਕਿੱਥੇ ਪਹੁੰਚ ਕੇ ਸਾਈਡ ਲੈਣੀ ਪਈ, ਜੰਗ ਦੇ ਵਿੱਚ ਅੱਲਾ ਨਾ ਕਰੇ ਸ਼ਾਮਿਲ ਹੋਣਾ ਪਿਆ, ਤੇ ਉਹ ਸੂਰਤ ਹਾਲ ਬਹੁਤ ਖਤਰਨਾਕ ਹੋ ਜਾਏਗੀ। ਪਾਕਿਸਤਾਨ ਦੀ ਕੋਸ਼ਿਸ਼ ਇਹ ਹੈ ਕਿ ਈਰਾਨ ਨੂੰ ਤੇ ਸਾਊਦੀ ਅਰਬ ਜਾਂ ਅਰਬ ਮਮਾਲਿਕ ਨੂੰ ਆਪਸ ਤੋਂ ਲੜਨ ਤੋਂ ਹਰ ਹਾਲਤ ਵਿੱਚ ਰੋਕਿਆ ਜਾਏ। ਔਰ ਮੈਂ ਸਮਝਦਾ ਵਾਂ ਇਸ ਵੇਲੇ MOU ਜਾਂ ਅਮਨ ਮੁਆਹਿਦਾ ਕਰਾਉਣ ਨਾਲੋਂ ਸਭ ਤੋਂ ਵੱਡਾ ਕੰਮ ਹੈ ਵੇ ਕਿ ਕਿਸੇ ਵੀ ਹਾਲਤ ਵਿੱਚ ਅਰਬ ਜੀ ਮਮਾਲਿਕ ਈਰਾਨ ਦੇ ਦੂਰ ਨਾ ਆਉਣ ਜਾਂ ਈਰਾਨ ਅਰਬ ਮਮਾਲਿਕਾਂ ਦੀ ਜੰਗ ਨਾ ਹੋਏ, ਕਿਉਂਕਿ ਅਮਰੀਕਾ ਤੇ ਇਸਰਾਈਲ ਸਭ ਤੋਂ ਵੱਡਾ ਮਕਸਦ ਉਹਨਾਂ ਦਾ ਇਹੋ ਹੀ ਹੈ ਕਿ ਅਰਬ ਮਮਾਲਿਕ ਆਪਸ ਵਿੱਚ ਲੜਨ ਔਰ ਈਰਾਨ ਦੇ ਨਾਲ ਲੜਨ, ਔਰ ਉਸ ਤੋਂ ਬਾਅਦ ਫਿਰ ਖਿੱਤਾ ਐਸੀ ਅੱਗ ਵਿੱਚ ਚਲਾ ਜਾਏਗਾ ਜਿਹਨੂੰ ਬੁਝਾਉਣਾ ਬੜਾ ਔਖਾ ਹੋ ਜਾਏ।